ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਕ ਅਰਾਧਿਆ, ਗੁਰਮੁਖ ਪਾਰ ਉਤਾਰਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਕ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ, ਹਰ ਰਸ ਪੀਵੋ ਪੁਰਖ ਗਿਆਨੀ। ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਤਾ ਦੇ ਜੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ, ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਸਿਪਾਹੀ ਅਮਰ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਬਾਬਾ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਕੁਝ ਵਿਚਾਰ ਆਪਾਂ ਸਾਂਝੀ ਕਰਨੀ ਹੈ। ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਹਨ। ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨਾ ਨੇਤਰ ਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਨਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੈ। ਗਿਆਨੈ ਕੀ ਵੱਢਣੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬਹਾਰੈ। ਐਸੇ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਜੰਮੂ ਕਸ਼ਮੀਰ ਦੇ
ਜ਼ਿਲ੍ਹਾ ਪੁੰਛ ਦੇ ਵਿੱਚ ਰਜੌਰੀ ਨਗਰ ਦੇ ਵਿੱਚ ਹੋਇਆ। 1670 ਈਸਵੀ ਨੂੰ ਜਵਾਨੀ ਦੀ ਉਮਰ ਦੇ ਵਿੱਚ ਹੀ ਸਨ, ਜਿਸ ਵਕਤ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ, ਕਿਉਂਕਿ ਪਹਿਲਾ ਨਾਮ ਬਾਬਾ ਜੀ ਦਾ ਲਛਮਣ ਦਾਸ ਸੀ। 15 ਕੁ ਸਾਲ ਦੀ ਉਮਰ ਦੇ ਵਿੱਚ ਜਿਸ ਵਕਤ ਸ਼ਿਕਾਰ ਖੇਡਣ ਵਾਸਤੇ ਗਏ, ਇੱਕ ਹਰਨੀ ਦਾ ਸ਼ਿਕਾਰ ਕੀਤਾ। ਹਰਨੀ ਦੀ ਅਤੇ ਉਸ ਦੇ ਬੱਚਿਆਂ ਦੀ ਜਦ ਆਪਣੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮੌਤ ਹੁੰਦਿਆਂ ਦੇਖੀ, ਮਨ ਦੇ ਵਿੱਚ ਬਹੁਤ ਭਾਰੀ ਵੈਰਾਗ ਪੈਦਾ ਹੋ ਗਿਆ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਜਿੱਥੇ ਹਰਨੀ ਦਾ ਬਾਬਾ ਜੀ ਨੇ ਸ਼ਿਕਾਰ ਕੀਤਾ ਸੀ, ਉੱਥੇ ਅੱਜ ਵੀ ਉਸ ਨਾਮ ਦੇ ਉੱਪਰ ਹਰਨੀ ਪਿੰਡ ਵੱਸਦਾ ਹੈ। ਉਹ ਪਿੰਡ ਦਾ ਨਾਮ ਹੀ ਹਰਨੀ ਹੈ। ਛੋਟੀ ਹੀ ਉਮਰ ਦੇ ਵਿੱਚ ਜਾਨਕੀ ਦਾਸ ਇੱਕ ਮਹਾਤਮਾ ਸਨ, ਵੈਰਾਗੀ, ਉਹਨਾਂ ਦੀ ਸੰਗਤ ਕਰ ਲਈ। ਲਛਮਣ ਦਾਸ ਤੋਂ ਮਾਧੋ ਦਾਸ ਵੈਰਾਗੀ ਬਣ ਗਏ। ਕੁਝ ਸਮਾਂ ਉਹਨਾਂ ਦੀ ਸੰਗਤ ਕਰਨ ਤੋਂ ਉਪਰੰਤ ਇੱਕ ਔਗੜਨਾਥ ਨਾਮ ਦੇ ਮਹਾਤਮਾ ਦੀ ਸੰਗਤ ਕੀਤੀ, ਜਿਨ੍ਹਾਂ ਦੇ ਕੋਲੋਂ ਇਹਨਾਂ ਨੇ ਬਹੁਤ ਸਾਰੇ ਗੁਣ ਸਿੱਖੇ, ਰਿੱਧੀਆਂ ਸਿੱਧੀਆਂ ਆਦਿਕ ਦੀ ਪ੍ਰਾਪਤੀ ਕੀਤੀ। ਉਸ ਤੋਂ ਉਪਰੰਤ ਨੰਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਨਜ਼ਦੀਕ ਆਪਣਾ ਆਸ਼ਰਮ ਬਣਾਇਆ, ਆਪਣਾ ਡੇਰਾ ਬਣਾਇਆ। ਜਿਸ ਵਕਤ ਧੰਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੰਦੇੜ ਦੀ ਭੂਮੀ ਦੇ ਵਿੱਚ ਜਾਂਦੇ ਹਨ, ਇਸ ਦਾ ਕਰਮ ਸੀ ਕੋਈ ਮਹਾਤਮਾ ਆਉਂਦਾ, ਉਸ ਦਾ ਸਤਿਕਾਰ ਨਹੀਂ ਬਲਕਿ ਉਸ ਦਾ ਨਿਰਾਦਰ ਕਰਿਆ ਕਰਦੇ ਸਨ। ਮਹਾਰਾਜ ਇਸ ਦੇ ਪਲੰਘੇ ਦੇ ਉੱਪਰ ਬੈਠ ਗਏ। ਇਸ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਤੇਜ਼ ਹਵਾਵਾਂ ਚਲਾ ਦਿੱਤੀਆਂ। ਸਤਿਗੁਰੂ ਪਾਤਸ਼ਾਹ ਜੀ ਦਾ ਪਲੰਘਾ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕੌਣ ਨੀਵਾਂ ਵਿਖਾ ਸਕਦਾ ਹੈ। ਮਹਾਰਾਜ ਤਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹਨ, ਆਪ ਅਕਾਲ ਪੁਰਖ ਦਾ ਰੂਪ ਹਨ। ਅਖੀਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਸ ਨੇ ਮੱਥਾ ਟੇਕਿਆ, ਆਪਣੀ ਭੁੱਲ ਗਲਤੀ ਦੀ ਮੁਆਫੀ ਮੰਗੀ। ਮਹਾਰਾਜ ਆਖਣ ਲੱਗੇ, ਤੂੰ ਕੌਣ ਹੈ? ਇਹ ਆਖਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਮੈਂ ਬੰਦਾ ਹਾਂ। ਮਹਾਰਾਜ ਨੇ ਆਖਿਆ, ਕਿਹਦਾ ਬੰਦਾ ਹੈ? ਇਹ ਆਖਣ ਲੱਗੇ ਕਿ ਮੈਂ ਸਤਿਗੁਰੂ ਪਾਤਸ਼ਾਹ ਜੀ ਤੁਹਾਡਾ ਬੰਦਾ ਹਾਂ। ਭਾਵੇਂ ਅੰਮ੍ਰਿਤ ਛਕ ਕੇ ਬਾਬਾ ਜੀ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਗਿਆ ਸੀ, ਪਰ ਉਸ ਵੇਲੇ ਦੀ ਘਟਨਾ ਤੋਂ ਬਾਬਾ ਜੀ ਦਾ ਸਿੱਖ ਜਗਤ ਦੇ ਵਿੱਚ ਬੰਦਾ ਸਿੰਘ ਬਹਾਦਰ ਹੀ ਨਾਮ ਪ੍ਰਚਲਿਤ ਹੋਇਆ। ਮਹਾਰਾਜ ਨੇ ਆਖਿਆ, ਜੇ ਤੂੰ ਸਾਡਾ ਹੈ ਤਾਂ ਅਸੀਂ ਫਿਰ ਤੇਰੇ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ, 184 ਮੇਦਨੀ ਸਭ ਸੇਵ ਕਰਨ ਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੈ ਮੰਦਾ, ਲੇਖਾ ਕੋਇ ਨ ਪੁੱਛਈ ਜਾਂ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ ਮਿਲੇ ਗੁਰ ਗੋਵਿੰਦਾ, ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ। ਸੱਚੇ ਪਾਤਸ਼ਾਹ ਜੀ ਨੇ ਮਿਹਰਾਂ ਦਾ ਮੀਂਹ ਵਰਸਾਇਆ। ਇਹਨਾਂ ਨੂੰ ਪੰਜਾਬ ਵੱਲ ਨੂੰ ਤੋਰਿਆ।
ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਜ਼ਿਕਰ ਕੀਤਾ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਸੋਝੀ ਦੇਣ ਵਾਸਤੇ ਬੱਕਰੇ ਵੀ ਝਟਕਾਏ। ਇਹਨੇ ਆਖਿਆ ਕਿ ਮੇਰਾ ਜਿਹੜਾ ਆਸ਼ਰਮ ਹੈ ਤੁਸੀਂ ਪਲੀਤ ਕਰ ਦਿੱਤਾ ਹੈ, ਇਹ ਭਿੱਟਿਆ ਗਿਆ ਹੈ। ਮਹਾਰਾਜ ਆਖਣ ਲੱਗੇ ਜਿਹੜਾ ਨਿਰਦੋਸ਼ਾਂ ਦਾ ਖੂਨ ਡੁੱਲ ਰਿਹਾ ਹੈ, ਜੇ ਸਾਰੇ ਪਾਸੇ ਹੀ ਸਾਰਾ ਸੰਸਾਰ ਹੀ ਹਿੰਦੁਸਤਾਨ ਹੀ ਭਿੱਟਿਆ ਗਿਆ ਹੈ ਤਾਂ ਤੇਰਾ ਆਸ਼ਰਮ ਕਿਵੇਂ ਪਵਿੱਤਰ ਰਹਿ ਗਿਆ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਭੱਥੇ ਦੇ ਵਿੱਚੋਂ 5 ਤੀਰ ਬਖਸ਼ਿਸ਼ ਕੀਤੇ, ਨਗਾਰਾ ਬਖਸ਼ਿਸ਼ ਕੀਤਾ, ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ। 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਨੂੰ ਬਾਬਾ ਜੀ ਨੂੰ ਪੰਜਾਬ ਵਾਲੇ ਪਾਸੇ ਤੋਰਿਆ। ਆਖਿਆ ਜਿਹੜੇ ਧਰਮ ਦੋਖੀ ਹਨ, ਕੌਮ ਦੇ ਦੋਖੀ ਹਨ, ਉਹਨਾਂ ਨੂੰ ਚੁਣ ਚੁਣ ਕੇ ਉਹਨਾਂ ਦਾ ਖਾਤਮਾ ਕਰਨਾ ਹੈ। ਜਿੱਥੇ ਸਾਧ ਸੰਗਤ ਜੀ ਸਮਾਣੇ ਦੇ ਜਲਾਦ ਸਨ, ਸ਼ਾਸਲ ਬੇਗ ਅਤੇ ਬਾਸ਼ਲ ਬੇਗ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਬਾਬਾ ਜੀ ਨੇ ਉਹਨਾਂ ਦਾ ਖਾਤਮਾ ਕੀਤਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਜਿਹੜਾ ਜਲਾਲੂਦੀਨ ਸੀ ਜਲਾਦ, ਜਿਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਸੀ, ਉਸ ਨੂੰ ਵੀ ਮੌਤ ਦੇ ਘਾਟ ਉਤਾਰਿਆ। ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ, ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ। ਜਿਹੜੇ ਜਿਹੜੇ ਧਰਮ ਦੋਖੀ ਸਨ, ਕੌਮ ਦੋਖੀ ਸਨ, ਉਹਨਾਂ ਨੂੰ ਚੁਣ ਚੁਣ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਬਹੁਤ ਸਾਰੀ ਜਿਹੜੀਆਂ ਸਿੱਖ ਫੌਜਾਂ ਸਨ, ਸਤਿਗੁਰੂ ਜੀ ਨੇ ਹੁਕਮਨਾਮੇ ਵੀ ਭੇਜੇ ਸਨ, ਜਿਸ ਦੀ ਔਰ ਇਹਨਾਂ ਨੇ ਫਿਰ ਸਰਹੰਦ ਦੇ ਉੱਪਰ ਹਮਲਾ ਬੋਲਿਆ ਹੈ, ਜਿੱਥੇ ਕਿ ਵਜ਼ੀਰ ਖਾਨ ਜਿਹੜਾ ਉਸ ਵਕਤ ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੇ ਉੱਪਰ ਜ਼ੁਲਮ ਢਾਏ ਸਨ, ਸ਼ਹੀਦ ਕਰਵਾਏ ਸਨ, ਉਸ ਨੂੰ ਵੀ ਮੌਤ ਦੇ ਘਾਟ ਉਤਾਰਿਆ। ਸਰਹੰਦ ਦੇ ਉੱਪਰ ਬਾਬਾ ਜੀ ਨੇ ਕਬਜ਼ਾ ਕੀਤਾ, ਕੇਸਰੀ ਨਿਸ਼ਾਨ ਸਾਹਿਬ ਚਲਾਇਆ, ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਔਰ ਸਾਧ ਸੰਗਤ ਜੀ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਸਨ, ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ, ਕਿਉਂਕਿ ਪਹਿਲਾਂ ਸਿਸਟਮ ਸੀ, ਜਗੀਰਦਾਰੀ ਸਿਸਟਮ ਚੱਲਦਾ ਸੀ। ਜ਼ਮੀਨ ਕਿਸੇ ਦੀ ਹੁੰਦੀ ਸੀ, ਵਾਹੀ ਕਰਨ ਵਾਲੇ, ਕਿਰਤ ਕਰਨ ਵਾਲੇ ਕੋਈ ਹੋਰ ਹੁੰਦੇ ਸਨ। ਬਾਬਾ ਜੀ ਨੇ ਆਖਿਆ ਇਹ ਗੱਲ ਠੀਕ ਨਹੀਂ ਹੈ, ਜਿਹੜੇ ਖੇਤੀ ਕਰਦੇ ਹਨ ਉਹੀ ਖੇਤਾਂ ਦੇ ਮਾਲਕ ਹੋਣੇ ਚਾਹੀਦੇ ਹਨ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਉੱਪਰ ਸਿੱਕਾ ਚਲਾਇਆ ਅਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੇ ਉੱਪਰ ਬਾਬਾ ਜੀ ਨੇ ਮੋਹਰ ਬਣਾਈ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਜਿਸ ਮੋਹਰ ਦੇ ਉੱਪਰ ਇਹ ਅੱਖਰ ਲਿਖੇ ਹੋਏ ਸਨ। ਬਹੁਤ ਸਾਰੀਆਂ ਮੱਲਾਂ ਮਾਰਨਾ ਕੀਤੀਆਂ। ਪਹਿਲਾ ਸਿੱਖ ਰਾਜ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ, ਜਾਂ ਇੰਝ ਕਹਿ ਲਿਆ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਣੇ। ਅਖੀਰ ਸਾਧ ਸੰਗਤ ਜੀ ਜੋ ਬਹਾਦਰ ਸ਼ਾਹ ਸੀ, ਉਸ ਨੇ ਬਹੁਤ ਸਾਰੀ ਸੈਨਾ ਜਿਹੜੀ ਸੀ ਉਹ ਪੰਜਾਬ ਵਾਲੇ ਪਾਸੇ ਨੂੰ ਭੇਜੀ। ਬਾਬਾ ਬੰਦਾ ਸਿੰਘ ਬਹਾਦਰ ਜੋ ਸਨ, ਵੱਖ-ਵੱਖ ਮੱਲਾਂ ਮਾਰਦੇ ਹੋਏ ਜਿਸ ਵਕਤ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਹਨ, ਇਹਨਾਂ ਦਿਨਾਂ ਦੇ ਵਿੱਚ ਫਰਕਸ਼ੀਅਰ ਬਾਦਸ਼ਾਹ ਸੀ, ਪਹਿਲੇ 2 ਬਾਦਸ਼ਾਹ ਚਲਾਣਾ ਕਰ ਚੁੱਕੇ ਸਨ। ਔਰ ਕਹਿੰਦੇ 7-8 ਮਹੀਨੇ ਜਿਹੜਾ ਸੀ ਉਹ ਘੇਰਾ ਪਿਆ ਰਿਹਾ। ਅਖੀਰ ਬਾਬਾ ਜੀ ਨੇ ਗ੍ਰਿਫਤਾਰੀ ਦੇਣਾ ਕੀਤੀ। 740 ਹੋਰ ਸਿੰਘ ਜਿਹੜੇ ਸਨ ਉਹਨਾਂ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਬੰਦ ਕਰਕੇ ਹਾਥੀ ਦੇ ਉੱਪਰ ਟਿਕਾ ਕੇ ਪਹਿਲਾਂ ਲਾਹੌਰ ਲਿਜਾਇਆ ਗਿਆ ਜਲੂਸ ਦੇ ਰੂਪ ਦੇ ਵਿੱਚ, ਬਾਅਦ ਦੇ ਵਿੱਚ ਦਿੱਲੀ ਲਿਜਾਇਆ ਗਿਆ। ਔਰ ਜਿੱਥੇ ਵਾਰੀ-ਵਾਰੀ 100-100 ਸਿੰਘਾਂ ਦਾ ਕਤਲ ਕੀਤਾ ਜਾਂਦਾ ਸੀ, ਇੱਕ ਦਿਨ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰੀ ਆਈ। ਇਹਨਾਂ ਦੇ 4 ਸਾਲ ਦੇ ਬੱਚੇ ਅਜੈ ਸਿੰਘ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁਖ ਦੇ ਵਿੱਚ ਪਾਇਆ ਗਿਆ, ਡੁਲਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਬਾ ਜੀ ਦਾ ਮਾਸ ਜਿਹੜਾ ਸੀ ਸਾਧ ਸੰਗਤ ਜੀ ਜਲਾਦ ਜੰਬੂਰਾਂ ਦੇ ਨਾਲ ਤੋੜਦੇ ਸਨ। ਬਾਬਾ ਜੀ ਇਸ ਤਰ੍ਹਾਂ ਬੈਠੇ ਸਨ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਹੋਵੇ, ਕਿਉਂਕਿ ਅੰਦਰੋਂ ਪ੍ਰਪੱਕ ਸਨ, ਬਹੁਤ ਉੱਚੀ ਅਵਸਥਾ ਦੇ ਮਾਲਕ ਸਨ। ਜਲਾਦਾਂ ਨੇ ਹੈਰਾਨ ਹੋ ਕੇ ਪੁੱਛਿਆ ਵੀ ਕਿਸੇ ਨੂੰ ਮਾੜੀ ਜੀ ਚੂੰਡੀ ਵੀ ਭਰੀਏ ਤਾਂ ਅਗਲਾ ਤੜਫ ਉੱਠਦਾ ਹੈ, ਤੁਹਾਡਾ ਮਾਸ ਜੰਬੂਰਾਂ ਦੇ ਨਾਲ ਤੋੜਿਆ ਜਾ ਰਿਹਾ ਹੈ, ਤੁਸੀਂ ਕਿਵੇਂ ਅਡੋਲ ਬੈਠੇ ਹੋ? ਬਾਬਾ ਜੀ ਨੇ ਉੱਤਰ ਦਿੱਤਾ ਵੀ ਅਸਲ ਦੇ ਵਿੱਚ ਇਹ ਜਿਹੜੀ ਅਵਸਥਾ ਹੈ ਇਹਨੂੰ ਮਾਣਿਆ ਹੀ ਜਾ ਸਕਦਾ ਹੈ, ਇਹਨੂੰ ਰਸਨਾ ਦੇ ਨਾਲ ਬਿਆਨਿਆ ਨਹੀਂ ਜਾ ਸਕਦਾ ਹੈ। ਵੱਖ-ਵੱਖ ਕਦੇ ਲੱਤਾਂ ਕੱਟਦੇ ਹਨ, ਕਦੇ ਬਾਹਾਂ ਕੱਟਦੇ ਹਨ। ਬਾਬਾ ਜੀ ਨੇ ਅਡੋਲ ਰਹਿੰਦਿਆਂ ਹੋਇਆਂ ਸਾਧ ਸੰਗਤ ਜੀ 1716 ਈਸਵੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਸੋ ਅੱਜ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈ। ਐਸੇ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਸਾਡੀ ਕੋਟਾਨ ਕੋਟ ਪ੍ਰਣਾਮ ਹੈ ਸਾਰਿਆਂ ਦੀ। ਮਹਾਰਾਜ ਕਿਰਪਾ ਕਰਨ ਐਸੇ ਗੁਰਮੁਖਾਂ ਦੇ ਜੀਵਨ ਦੀ ਕੋਈ ਕਣੀ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਜਿਵੇਂ ਮਹਾਰਾਜ ਜੀ ਦੇ ਬਚਨ ਹਨ, ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਕਿਵੇਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਗਏ ਸਨ। ਸਾਧ ਸੰਗਤ ਜੀ ਆਓ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਉਸ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਖੋਜਤ ਖੋਜਤ ਖੋਜ ਵਿਚਾਰਿਓ, RAM ਨਾਮ ਤਤ ਸਾਰਾ। ਇਹ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਾਧ ਸੰਗਤ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਹਰ ਰਸ ਪੀਵਹੁ ਪੁਰਖ ਗਿਆਨੀ। ਕਿ ਐ ਗਿਆਨਵਾਨ ਪੁਰਸ਼ੋ ਹਰੀ ਦਾ ਰਸ, ਉਸ ਦੇ ਨਾਮ ਦਾ ਰਸ ਜਿਹੜਾ ਹੈ ਉਹ ਪੀਣਾ ਕਰੋ। ਕਿਉਂਕਿ ਸਾਧ ਸੰਗਤ ਜੀ ਜੋ ਗਿਆਨਵਾਨ ਹੁੰਦੇ ਹਨ, ਜਿਨ੍ਹਾਂ ਦੇ ਕੋਲ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ, ਬਹੁਤ ਥੋੜੇ ਹੁੰਦੇ ਹਨ ਜਿਹੜੇ ਭਜਨ ਸਿਮਰਨ ਕਰਨ ਲੱਗ ਪੈਂਦੇ ਹਨ। ਵਰਨਾ ਉਹਨਾਂ ਨੇ ਗਿਆਨ ਬਹੁਤ ਸਾਰਾ ਇਕੱਠਾ ਕੀਤਾ ਹੋਇਆ ਹੁੰਦਾ ਹੈ। ਸਾਡੇ ਵਰਗੇ ਇਸ ਤਰ੍ਹਾਂ ਦੇ ਹੁੰਦੇ ਹਨ। ਇਸ ਕਰਕੇ ਮਹਾਰਾਜ ਜੀ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਸੰਬੋਧਨ ਕਰਕੇ ਬਚਨ ਕੀਤਾ ਹੈ ਕਿ ਐ ਗਿਆਨਵਾਨ ਪੁਰਸ਼ੋ ਕਿਧਰੇ ਹਰੀ ਦੇ ਨਾਮ ਦਾ ਰਸ ਪੀਣਾ ਕਰੋ। ਆਸਾ ਕੀ ਵਾਰ ਦੇ ਵਿੱਚ ਆਪਾਂ ਜਿਵੇਂ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਪੜ੍ਹ ਪੜ੍ਹ ਗੱਡੀ ਲੱਧੀਐ, ਪੜ੍ਹ ਪੜ੍ਹ ਭਰੀਐ ਸਾਥ। ਕਹਿੰਦੇ ਇੰਨੀਆਂ ਕੋਈ ਪੁਸਤਕਾਂ ਪੜ੍ਹ ਲਵੇ ਕਿ ਜਿਹੜੀਆਂ ਗੱਡੀਆਂ ਹਨ ਉਹ ਲੱਦੀਆਂ ਜਾਣ ਪੁਸਤਕਾਂ ਦੇ ਨਾਲ। ਬਹੁਤ ਸਾਰੀ ਧਰਤੀ ਜਿਹੜੀ ਹੈ ਸਾਥ ਸੱਥਰ ਉਹ ਪੁਸਤਕਾਂ ਦੇ ਨਾਲ ਭਰ ਜਾਵੇ।
ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਕਹਿੰਦੇ ਇੰਨੀਆਂ ਕੋਈ ਪੁਸਤਕਾਂ ਪੜ ਲਵੇ ਕਿ ਬੇੜੀਆਂ ਭਰ ਜਾਣ ਪੁਸਤਕਾਂ ਦੇ ਨਾਲ। ਮਹਾਰਾਜ ਕਹਿੰਦੇ ਕੋਈ ਇੰਨੀਆਂ ਪੁਸਤਕਾਂ ਧਾਰਮਿਕ ਪੜ ਲਵੇ ਕਿ ਉਹਨਾਂ ਪੁਸਤਕਾਂ ਦੇ ਨਾਲ ਵੱਡੇ ਵੱਡੇ ਟੋਏ ਜਿਹੜੇ ਹਨ, ਖਾਤੇ ਖੂਹ ਜਿਹੜੇ ਹਨ, ਉਹ ਭਰ ਜਾਣ। ਇੰਨੀ ਵੱਡੀ ਗਿਣਤੀ ਦੇ ਵਿੱਚ ਕੋਈ ਪੁਸਤਕਾਂ ਪੜ ਲਵੇ। ਪਰ ਕਹਿੰਦੇ ਪੜਨ ਦੇ ਨਾਲ ਕਲਿਆਣ ਨਹੀਂ ਹੁੰਦੀ ਹੈ, ਭਜਨ ਕਰਨਾ ਪੈਂਦਾ ਹੈ, ਸਿਮਰਨ ਕਰਨਾ ਪੈਂਦਾ ਹੈ। ਜੇ ਗਿਆਨ ਦੇ ਨਾਲ, ਗਿਆਨ ਇਕੱਠਾ ਕਰਨ ਦੇ ਨਾਲ ਗੱਲ ਬਣ ਜਾਵੇ, ਸਾਰੇ ਜਿਹੜੇ ਗਿਆਨੀ ਹਨ ਉਹ ਆਤਮ ਰਸ ਤੱਕ ਪਹੁੰਚ ਜਾਣ, ਹਰ ਰਸ ਤੱਕ ਪਹੁੰਚ ਜਾਣ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਕਹਿੰਦੇ ਪੜਨ ਦੇ ਨਾਲ ਕੇਵਲ ਤੇ ਕੇਵਲ ਬੰਦੇ ਦਾ ਹੰਕਾਰ ਵੱਧ ਜਾਂਦਾ ਹੈ ਵੀ ਮੇਰੇ ਕੋਲ ਜਾਣਕਾਰੀ ਬਹੁਤ ਜ਼ਿਆਦਾ ਹੈ, ਗਿਆਨ ਬਹੁਤ ਜ਼ਿਆਦਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ ਕਿ ਐ ਗਿਆਨਵਾਨ ਪੁਰਸ਼ੋ, ਕੇਵਲ ਪੜ੍ਹਦੇ ਹੀ ਨਾ ਰਹਿ ਜਿਓ, ਪੜ੍ਹ ਪੜ੍ਹ ਕੇ ਗ੍ਰੰਥ ਜਿਹੜੇ ਹਨ ਇਕੱਠੇ ਨਾ ਕਰਦੇ ਰਹਿ ਜਿਓ। ਭਜਨ ਵੀ ਕਰੋ, ਸਿਮਰਨ ਵੀ ਕਰੋ, ਹਰੀ ਦੇ ਨਾਮ ਦਾ ਰਸ ਪੀਵੋ। ਸਾਧ ਸੰਗਤ ਜੀ, ਬਾਬਾ ਫਰੀਦ ਜੀ ਦੀ ਮਾਤਾ ਨੇ ਬਚਪਨ ਦੇ ਵਿੱਚ ਹੀ ਬਾਬਾ ਫਰੀਦ ਜੀ ਨੂੰ ਭਗਤੀ ਵਾਲੇ ਪਾਸੇ ਲਗਾ ਦਿੱਤਾ ਸੀ। ਉਹਨਾਂ ਆਖਿਆ, ਬੇਟਾ ਅਲਲ ਸੁਬਾਹ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਅੱਲਾਹੂ ਅੱਲਾਹੂ ਦਾ ਜਪ ਕਰਿਆ ਕਰ। ਭੋਲੇ ਬਾਬਾ ਫਰੀਦ ਜੀ ਨੇ ਆਖਿਆ, ਮਾਤਾ ਜੇ ਅੱਲਾਹੂ ਅੱਲਾਹੂ ਜਪੀਏ ਤਾਂ ਅੱਲਾ ਕੀ ਦਿੰਦਾ ਹੈ? ਮਾਤਾ ਨੇ ਆਖਿਆ, ਪੁੱਤਰ ਜੇ ਅੱਲਾ ਦਾ ਨਾਮ ਲਈਏ ਤਾਂ ਅੱਲਾ ਸ਼ੱਕਰ ਦਿੰਦਾ ਹੈ। ਆਪਣੇ ਕੋਲੋਂ ਹੀ ਸ਼ੱਕਰ ਦੀ ਪੁੜੀ ਮਸੱਲੇ ਦੇ ਹੇਠਾਂ ਰੱਖ ਦੇਣੀ। ਔਰ ਕਹਿੰਦੇ ਜਿਸ ਵਕਤ ਉਹਨੇ ਇਬਾਦਤ ਕਰਨੀ, ਜਪ ਕਰਨਾ, ਬਾਅਦ ਦੇ ਵਿੱਚ ਉਹ ਪੁੜੀ ਜਿਹੜੀ ਸੀ ਪ੍ਰਾਪਤ ਕਰ ਲੈਣੀ। ਇੱਕ ਦਿਨ ਉਹ ਪੁੜੀ ਰੱਖਣੀ ਭੁੱਲ ਗਈ। ਮਾਤਾ ਆਖਣ ਲੱਗੀ ਵੀ ਅੱਜ ਅੱਲਾ ਨੂੰ ਚੇਤਾ ਭੁੱਲ ਗਿਆ ਹੈ ਸ਼ੱਕਰ ਦੇਣ ਦਾ। ਬਾਬਾ ਜੀ ਨੇ ਅੱਗੋਂ ਉੱਤਰ ਦਿੱਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਸੰਸਾਰ ਦੇ ਜਿੰਨੇ ਮਰਜ਼ੀ ਪਦਾਰਥ ਇਕੱਠੇ ਕਰ ਲਏ ਜਾਣ, ਪਰ ਵਾਹਿਗੁਰੂ ਦੇ ਨਾਮ ਦਾ ਰਸ ਜਿਹੜਾ ਹੈ ਨਾ ਉਹ ਸਭ ਤੋਂ ਉੱਪਰ ਹੈ, ਮਹਾਨ ਹੈ। ਮਹਾਂਪੁਰਸ਼ਾਂ ਦੇ ਬਚਨ ਹਨ, ਕਹਿੰਦੇ ਰਸਨਾ ਨੂੰ ਪਰਮਾਤਮਾ ਦੇ ਨਾਮ ਦਾ ਰਸ ਕਿਉਂ ਨਹੀਂ ਆਉਂਦਾ ਹੈ? ਕਿਉਂਕਿ ਸਾਡੀ ਰਸਨਾ ਜਿਹੜੀ ਹੈ ਰਸਾਂ ਕਸਾਂ ਦੇ ਵਿੱਚ ਫਸੀ ਹੋਈ ਹੁੰਦੀ ਹੈ। 6 ਪ੍ਰਕਾਰ ਦੇ ਰਸ ਮੰਨੇ ਗਏ ਹਨ, 36 ਪ੍ਰਕਾਰ ਦੇ ਭੋਜਨ ਮੰਨੇ ਗਏ ਹਨ। ਕਹਿੰਦੇ ਇਹਨਾਂ ਵੱਲੋਂ ਪਰਹੇਜ਼ ਕਰੇ ਫੇਰ ਹੀ ਨਾਮ ਦਾ ਰਸ ਆਵੇ ਨਾ। ਜਦ ਨਾਮ ਦਾ ਰਸ ਆ ਜਾਂਦਾ ਹੈ, ਬਾਕੀ ਰਸ ਜਿਹੜੇ ਹਨ ਆਪਣੇ ਆਪ ਫਿੱਕੇ ਪੈ ਜਾਂਦੇ ਹਨ। ਮਹਾਂਪੁਰਸ਼ਾਂ ਨੇ ਜਿਵੇਂ ਬਚਨ ਲਿਖਿਆ ਹੈ, 4 ਬਾਣੀਆਂ ਹੁੰਦੀਆਂ ਹਨ, ਪਰਾ, ਪਸੰਤੀ, ਮਧਮਾ ਤੇ ਬੈਖਰੀ। ਪਰ ਜਦ ਕੋਈ ਭਜਨ ਸਿਮਰਨ ਕਰਦਾ ਹੈ ਫਿਰ ਉੱਪਰ ਤੋਂ ਹੇਠਾਂ ਵੱਲ ਨੂੰ ਜਾਣਾ ਹੁੰਦਾ ਹੈ। ਵੈਸੇ ਜਿਹੜੀ ਆਪਾਂ ਮੁਖ ਤੋਂ ਬਚਨ ਬੋਲਦੇ ਹਾਂ, ਪਹਿਲਾਂ ਪਰਾ ਦੇ ਵਿੱਚੋਂ ਬਾਣੀ ਉੱਠਦੀ ਹੈ, ਫਿਰ ਪਸੰਤੀ ਦੇ ਵਿੱਚ ਆਉਂਦੀ ਹੈ, ਫਿਰ ਮਧਮਾ ਦੇ ਵਿੱਚ ਆਉਂਦੀ ਹੈ, ਫਿਰ ਜ਼ਬਾਨ ਦੇ ਨਾਲ ਆਪਾਂ ਬੋਲ ਦਿੰਦੇ ਹਾਂ, ਬੈਖਰੀ ਹੁੰਦੀ ਹੈ। ਪਰ ਜਦ ਗੁਰਮੁਖ ਭਜਨ ਸਿਮਰਨ ਵਾਲੇ ਪਾਸੇ ਜੁੜਦੇ ਹਨ, ਪਹਿਲਾਂ ਬੈਖਰੀ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ। ਕਹਿੰਦੇ ਜਦ ਬਾਣੀ ਜਿਹੜੀ ਹੈ ਨਾ ਮਧਮਾ ਦੇ ਵਿੱਚ ਜਾਂਦੀ ਹੈ ਨਾ, ਉਸ ਵਕਤ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਵਿਦਵਾਨਾਂ ਨੇ ਇਸ ਤਰ੍ਹਾਂ ਲਿਖਿਆ ਹੈ। ਔਰ ਕਹਿੰਦੇ ਇਹ ਰਸ ਜਿਹੜਾ ਹੈ ਨਾ ਸਭ ਤੋਂ ਉੱਪਰ ਹੈ, ਸਭ ਤੋਂ ਮਹਾਨ ਹੈ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ।
ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਪਾਵਨ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਲਿਖਿਆ ਹੈ ਵੀ ਜੀ ਇਹ ਜਿਹੜਾ ਰਸ ਹੈ ਨਾ, ਜਿਹਨੂੰ ਆ ਜਾਂਦਾ ਹੈ ਉਹਨੂੰ ਕੇਵਲ ਮਾਣਿਆ ਹੀ ਜਾ ਸਕਦਾ ਹੈ। ਜਿਵੇਂ ਕਹਿੰਦੇ ਗੁੰਗੇ ਵਿਅਕਤੀ ਨੂੰ ਕੋਈ ਗੁੜ ਖਵਾ ਦੇਵੇ, ਕੋਈ ਮਿੱਠਾ ਖਵਾ ਦੇਵੇ, ਉਹਨੂੰ ਆਖੇ ਵੀ ਇਹਦਾ ਰਸ ਦੱਸੋ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ, ਉਹ ਦੱਸ ਨਹੀਂ ਨਾ ਸਕਦਾ ਹੈ। ਇਸੇ ਤਰ੍ਹਾਂ ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ ਉਹ ਉਹਨੂੰ ਬਿਆਨ ਨਹੀਂ ਕਰ ਸਕਦੇ ਹਨ, ਦੱਸ ਨਹੀਂ ਸਕਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕੋਲ ਪ੍ਰੇਮੀਆਂ ਨੇ ਬੇਨਤੀ ਕੀਤੀ, ਗੁਰਮੁਖ ਸਿੱਖਿਆ ਦੇ ਵਿੱਚ ਬਚਨ ਲਿਖੇ ਹੋਏ ਹਨ। ਕਹਿੰਦੇ ਭਾਈ ਸਾਹਿਬ ਜੀ ਭਜਨ ਸਿਮਰਨ ਤਾਂ ਕਰਦੇ ਆ, ਨਾਮ ਤਾਂ ਜਪਦੇ ਆ, ਬਾਣੀ ਤਾਂ ਪੜ੍ਹਦੇ ਆ, ਪਰ ਰਸ ਨਹੀਂ ਆਉਂਦਾ ਹੈ। ਸਾਡੀ ਸਾਰਿਆਂ ਦੀ ਇਹ ਸ਼ਿਕਾਇਤ ਹੁੰਦੀ ਹੈ। ਭਾਈ ਸਾਹਿਬ ਜੀ ਨੇ ਅੱਗੋਂ ਉੱਤਰ ਦਿੱਤਾ, ਆਖਣ ਲੱਗੇ ਜੰਗ ਕੀ ਤੇ ਰਸ ਕੀ। ਅਜੇ ਤਾਂ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਜੰਗ ਚੱਲ ਰਿਹਾ ਹੈ। ਕਹਿੰਦੇ ਉਹ ਰਸ ਕਿਉਂ ਨਹੀਂ ਦਿੰਦਾ ਮਾਲਕ ਵਾਹਿਗੁਰੂ ਪਰਮੇਸ਼ਰ, ਉਹ ਜਾਣੇ। ਕਿਰਸਾਨ ਦਾ ਕੰਮ ਹੈ ਬੀਜ ਬੀਜਣਾ, ਹਲ ਵਾਹੁਣਾ, ਪਾਣੀ ਦੇਣਾ, ਖੇਤੀ ਦੀ ਪ੍ਰਤਪਾਲਨਾ ਕਰਨੀ। ਫਲ ਫੁੱਲ ਕਿਸਾਨ ਨਹੀਂ ਲਾਉਂਦਾ ਹੈ, ਫਲਾਂ ਦੇ ਵਿੱਚ ਰਸ ਕਿਰਸਾਨ ਨਹੀਂ ਭਰਦਾ ਹੈ, ਪਰਮਾਤਮਾ ਪਾਉਂਦਾ ਹੈ, ਵਾਹਿਗੁਰੂ ਪਾਉਂਦਾ ਹੈ। ਸਿੱਖ ਦਾ ਕੰਮ ਹੈ ਭਜਨ ਕਰਨਾ, ਸਿਮਰਨ ਕਰਨਾ, ਰਸ ਦੇਣਾ ਮਾਲਕ ਦੇ ਵੱਸ ਦੀ ਗੱਲ ਹੈ, ਉਹਨੇ ਦੇਣਾ ਹੈ ਜਦੋਂ ਦੇਣਾ ਹੈ। ਭਾਈ ਸਾਹਿਬ ਜੀ ਕਹਿੰਦੇ ਰਸ ਮਾਣਾਂਗੇ ਜਿਸ ਵਕਤ ਇਹ ਜੰਗ ਨੂੰ ਜਿੱਤ ਲਵਾਂਗੇ, ਇਸ ਤੋਂ ਪਹਿਲਾਂ ਰਸ ਨਹੀਂ ਹੁੰਦਾ ਹੈ। ਕਹਿੰਦੇ ਉਹ ਤਾਂ ਮਾਲਕ ਕਦੇ ਕਦੇ ਤਰੁੱਠ ਕੇ ਦਇਆ ਦੇ ਘਰ ਦੇ ਵਿੱਚ ਆ ਕੇ ਰਸ ਦੇ ਦਿੰਦਾ ਹੈ, ਥੋੜ੍ਹੀ ਬਹੁਤੀ ਝਲਕ ਦੇ ਦਿੰਦਾ ਹੈ ਵੀ ਕਿਧਰੇ ਸਾਡੇ ਬੱਚੇ ਜਿਹੜੇ ਹਨ ਉਹ ਡੋਲ ਹੀ ਨਾ ਜਾਣ, ਨਾਮ ਜਪਣਾ ਛੱਡ ਹੀ ਨਾ ਦੇਣ ਕਿਧਰੇ। ਉਹ ਤਾਂ ਕਿਰਪਾ ਦੇ ਘਰ ਦੇ ਵਿੱਚ ਆ ਕੇ ਰਸ ਦੇ ਦਿੰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਹਨ ਕਿ ਐ ਗਿਆਨਵਾਨ ਪੁਰਸ਼ੋ, ਕਿਧਰੇ ਪੜ੍ਹਦੇ ਹੀ ਨਾ ਰਹਿ ਜਿਓ, ਕਿਤਾਬਾਂ ਲਿਖਦੇ ਹੀ ਨਾ ਰਹਿ ਜਿਓ, ਲਿਖ ਲਿਖ ਕੇ ਕਾਗਜ਼ ਹੀ ਨਾ ਕਾਲੇ ਕਰਦੇ ਰਹਿ ਜਿਓ। ਭਜਨ ਕਰੋ, ਸਿਮਰਨ ਕਰੋ। ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਕਹਿੰਦੇ ਕਈ ਪੜ੍ਹ ਨਹੀਂ ਜਾਂਦੇ, ਕੜ ਜਾਂਦੇ ਹਨ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਹਨ ਕਿ ਐ ਗਿਆਨਵਾਨ ਪੁਰਸ਼ੋ, ਹਰੀ ਦੇ ਨਾਮ ਦਾ ਰਸ ਪੀਣਾ ਕਰੋ। ਇਹ ਮਹਾਰਾਜ ਜੀ ਨੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਨੂੰ ਸਮਝਾਇਆ ਹੈ। ਆਰੰਭ ਦੇ ਵਿੱਚ ਮਹਾਰਾਜ ਜੀ ਇਹ ਤੱਤਸਾਰ ਦੱਸ ਰਹੇ ਹਨ। ਖੋਜਤ ਖੋਜਤ ਖੋਜ ਵਿਚਾਰਿਓ, RAM ਨਾਮ ਤਤ ਸਾਰਾ। ਕਹਿੰਦੇ ਖੋਜ ਕਰ ਕਰਕੇ ਅਸੀਂ ਇਸ ਸਿੱਟੇ ਦੇ ਉੱਪਰ ਪਹੁੰਚੇ ਹਾਂ ਵੀ ਸਾਰੇ ਸਾਧਨਾਂ ਦੇ ਨਾਲੋਂ ਉੱਤਮ ਸਾਧਨ ਜਿਹੜਾ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ। ਭਾਵੇਂ ਹੋਰ ਵੀ ਬਹੁਤ ਸਾਰੇ ਧਾਰਮਿਕ ਸਾਧਨ ਹਨ, ਤੀਰਥ ਨਾਨ ਦਇਆ ਦਮ ਦਾਨ ਸੁਚੰਜਮ ਨੇਮ ਅਨੇਕ ਬਸੇਖੈ, ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਖੈ, ਪੌਨ ਆਹਾਰ ਜਤੀ ਜਤ ਧਾਰ ਸਭੇ ਸੁ ਵਿਚਾਰ ਹਜ਼ਾਰਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ। ਕਹਿੰਦੇ ਸਾਰੇ ਸਾਧਨਾ ਦੇ ਨਾਲੋਂ ਤੀਰਥਾਂ ਦਾ ਰਟਨ ਕਰਨਾ, ਵਰਤ ਆਦਿਕ ਰੱਖਣੇ, ਜਿਤਨੇ ਵੀ ਸਾਧਨ ਹਨ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸਾਰਿਆਂ ਤੋਂ ਉੱਤਮ ਸਾਧਨ ਹੈ ਇਹ ਕਹਿੰਦੇ ਤਤ ਹੈ। ਵਾਹਿਗੁਰੂ ਦਾ ਨਾਮ ਜਿਹੜਾ ਹੈ ਸਭ ਤੋਂ ਸ੍ਰੇਸ਼ਟ ਸ਼੍ਰੋਮਣੀ ਹੈ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਵਾਹਿਗੁਰੂ ਨਾਮ ਦੀ ਬਰਕਤ ਦਾ ਸਦਕਾ ਕਹਿੰਦੇ ਜਿਹੜੇ ਕਿਲਵਿਖ ਬੱਜਰ ਪਾਪ ਹਨ ਉਹ ਕੱਟੇ ਜਾਂਦੇ ਹਨ, ਜਨਮ ਜਨਮਾਤਰਾਂ ਦੀ ਮੈਲ ਧੁੱਪ ਜਾਂਦੀ ਹੈ।
ਘੋਰ ਦੁਖਿਯੰ ਅਨਕ ਹਤਿਯੰ ਜਨਮ ਦਰਿਦਰੰ ਮੋਹ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਹਿੰਦੇ ਜੇਕਰ ਕਿਧਰੇ ਨਿਮਖ ਮਾਤਰ ਵੀ ਵਾਹਿਗੁਰੂ ਦਾ ਨਾਮ ਅੰਦਰ ਵਸ ਜਾਵੇ ਤਾਂ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਹਰ ਰਸ ਪੀਵੋ ਪੁਰਖ ਗਿਆਨੀ, ਐ ਗਿਆਨਵਾਨ ਪੁਰਸ਼ੋ ਹਰੀ ਦੇ ਨਾਮ ਦਾ ਰਸ ਪੀਣਾ ਕਰੋ। ਸੁਣ ਸੁਣ ਮਹਾ ਤ੍ਰਿਪਤ ਮਨ ਪਾਵਾ, ਸਾਧੂ ਅੰਮ੍ਰਿਤ ਬਾਣੀ। ਵਾਹਿਗੁਰੂ ਨਾਮ ਸੁਣ ਸੁਣ ਕੇ ਗੁਰੂ ਦੀ ਬਾਣੀ ਨੂੰ ਕਹਿੰਦੇ ਸੁਣ ਸੁਣ ਕੇ ਮਹਾ ਤ੍ਰਿਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੀਵਨ ਦੇ ਵਿੱਚ ਸਬਰ ਸੰਤੋਖ ਆ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਮੁਕਤ ਭੁਗਤ ਜੁਗਤ ਸੱਚ ਪਾਈਆ, ਸਰਬ ਸੁਖਾ ਕਾ ਦਾਤਾ। ਵਾਹਿਗੁਰੂ ਨਾਮ ਦੇ ਵਿੱਚ ਸਾਰੀਆਂ ਹੀ ਬਰਕਤਾਂ ਹਨ। ਮੁਕਤੀ ਦੀ ਵੀ ਦਾਤ, ਭੁਗਤੀ ਦੀ ਵੀ ਦਾਤ, ਜੁਗਤੀ ਦੀ ਵੀ ਦਾਤ, ਸਾਰਾ ਕੁਝ ਹੀ ਮਿਲ ਜਾਂਦਾ ਹੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਵਾਹਿਗੁਰੂ ਨਾਮ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਵਿਧਾਤਾ। ਉਹ ਜੋ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ ਅਤੇ ਵਿਧਾਤਾ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਭਗਤੀ ਦਾ ਦਾਨ ਦਿੰਦਾ ਹੈ, ਮਹਾਨ ਦਾਨ ਦਿੰਦਾ ਹੈ। ਸ਼੍ਰਵਣੀ ਸੁਣੀਐ ਰਸਨਾ ਗਾਈਐ, ਹਿਰਦਾ ਧਿਆਈਐ ਸੋਈ। ਇਸ ਕਰਕੇ ਕਹਿੰਦੇ ਕੰਨਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਨਾ ਚਾਹੀਦਾ ਹੈ, ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਹਿਰਦੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਕਾਰਨ ਕਾਰਨ ਸਮਰੱਥ ਸੁਆਮੀ, ਜਾਤੇ ਬ੍ਰਿਥਾ ਨਾ ਕੋਈ। ਉਹ ਵਾਹਿਗੁਰੂ ਪਰਮੇਸ਼ਰ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਸਮਰੱਥ ਹੈ। ਜਿਹੜਾ ਵੀ ਉਹਦੇ ਅੱਗੇ ਝੋਲੀ ਫੈਲਾਉਂਦਾ ਹੈ ਕੋਈ ਵੀ ਖਾਲੀ ਨਹੀਂ ਜਾਂਦਾ ਹੈ। ਹੋ ਸਕਦਾ ਹੈ ਸੰਸਾਰ ਦੇ ਵਿੱਚ ਵੱਡੇ ਵੱਡੇ ਦਾਤੇ ਹੋਣਗੇ, ਪਰ ਉਹ ਸਾਰਿਆਂ ਦੀ ਝੋਲੀ ਨਹੀਂ ਭਰ ਸਕਦੇ ਹਨ। ਉਹ ਮਾਲਕ ਵਾਹਿਗੁਰੂ ਪਰਮੇਸ਼ਰ ਐਸਾ ਦਾਤਾ ਹੈ, ਜਿੰਨੇ ਮਰਜੀ ਉਸ ਦੇ ਅੱਗੇ ਝੋਲੀ ਫੈਲਾਉਣ ਸਾਰਿਆਂ ਦੀ ਝੋਲੀ ਭਰਦਾ ਹੈ। ਜਾ ਤੇ ਬਿਰਥਾ ਨਾ ਕੋਈ, ਕੋਈ ਵੀ ਖਾਲੀ ਨਹੀਂ ਜਾਂਦਾ ਹੈ। ਵੱਡਾ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਅਖੀਰਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਸਮਝਾਉਂਦੇ ਹਨ ਕਿ ਵੱਡੇ ਭਾਗਾਂ ਦੇ ਨਾਲ ਰਤਨ ਵਰਗਾ ਇਹ ਕੀਮਤੀ ਜਨਮ ਪ੍ਰਾਪਤ ਹੋਇਆ ਹੈ। ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਐ ਕਿਰਪਾਲੂ ਵਾਹਿਗੁਰੂ ਜੀ ਸਾਡੇ ਉੱਪਰ ਕਿਰਪਾ ਕਰੋ। ਇਹ ਹੁਣ ਜਿਹੜਾ ਜੀਵਨ ਹੈ ਇਹ ਕਿਧਰੇ ਨਿਸਫਲ ਨਾ ਚਲਿਆ ਜਾਵੇ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਸਾਧੂ ਦੀ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਮਿਲ ਕੇ ਕਹਿੰਦੇ ਅਸੀਂ ਤੁਹਾਡੇ ਗੁਣਾਂ ਦਾ ਗਾਇਨ ਕਰਨਾ ਕਰੀਏ। ਐ ਗੋਪਾਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਜੀ, ਤੁਹਾਡਾ ਹਮੇਸ਼ਾ ਵਾਸਤੇ ਅਸੀਂ ਸਿਮਰਨ ਕਰਦੇ ਰਹੀਏ, ਤੁਹਾਡਾ ਅਸੀਂ ਚਿੰਤਨ ਕਰਦੇ ਰਹੀਏ ਜੀ। ਆਓ ਸਾਧ ਸੰਗਤ ਜੀ ਜੋ ਲੜੀਵਾਰ ਪਾਵਨ ਹੁਕਮਨਾਮਾ ਹੈ ਉਸ ਦੀ ਵਿਚਾਰ ਦੇ ਨਾਲ ਵੀ ਜੁੜਨਾ ਕਰੀਏ। ਸ਼ਲੋਕ ਹਰ ਤਨ ਪਾਇਆ ਸੁਹਾਗਣੀ, ਢੋਲਤ ਨਾਹੀ ਚੀਤ। ਪਿੱਛੇ ਮਹਾਰਾਜ ਜੀ ਨੇ 5 ਰੁੱਤਾਂ ਦਾ ਜ਼ਿਕਰ ਕੀਤਾ ਹੈ। ਹੁਣ ਅੱਜ 6ਵੀਂ ਰੁੱਤ ਦਾ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਹਨ। ਕਹਿੰਦੇ ਜਿਸ ਵਕਤ ਸੁਹਾਗਣ ਨੇ ਭਾਵ ਗੁਰਮੁਖ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਕਹਿੰਦੇ ਫਿਰ ਬਾਅਦ ਦੇ ਵਿੱਚ ਜਿਹੜਾ ਉਸ ਦਾ ਚਿੱਤ ਹੈ ਕਦੇ ਡੋਲਦਾ ਨਹੀਂ ਹੈ, ਟਿਕ ਜਾਂਦਾ ਹੈ, ਪਦਾਰਥਾਂ ਦੇ ਵਿੱਚ ਭਟਕਦਾ ਨਹੀਂ ਹੈ, ਉਹਦੇ ਜੀਵਨ ਦੇ ਵਿੱਚ ਟਿਕਾਓ ਆ ਜਾਂਦਾ ਹੈ।
ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ। ਸੰਤਾਂ ਦੇ ਗੁਰੂ ਦੇ ਕਹਿੰਦੇ ਸੰਜੋਗ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਗ੍ਰਹਿ ਦੇ ਵਿੱਚ ਹਿਰਦੇ ਘਰ ਦੇ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ। ਸਤਿਪੁਰਸ਼ਾਂ ਦੇ ਅਧਿਆਤਮਿਕ ਜੀਵਨ ਦੀਆਂ ਕੁਝ ਨਿਸ਼ਾਨੀਆਂ, ਕੁਝ ਲੱਛਣ ਜਿਹੜੇ ਹਨ ਉਹ ਵਿਦਵਾਨਾਂ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਵੱਡੇ ਵੱਡੇ ਮਹਿਲ ਹੋਣ, ਕੋਠੀਆਂ ਹੋਣ, ਪਰ ਬੰਦੇ ਨੂੰ ਚੈਨ ਨਹੀਂ ਆਉਂਦਾ ਜਿੰਨਾ ਚਿਰ ਤੱਕ ਉਹ ਨਿੱਜ ਘਰ ਦੇ ਵਿੱਚ ਨਹੀਂ ਪਹੁੰਚ ਜਾਂਦਾ ਹੈ। ਇੱਕ 10ਵਾਂ ਦੁਆਰ ਹੁੰਦਾ ਹੈ, ਇੱਕ 10ਵਾਂ ਘਰ ਹੁੰਦਾ ਹੈ। ਜਿਹੜੇ ਦਰਵਾਜ਼ੇ ਤੱਕ ਪਹੁੰਚ ਜਾਂਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਵੀ ਬਹੁਤ ਆਨੰਦ ਬਣ ਜਾਂਦਾ ਹੈ, ਪਰ ਜਿਹੜੇ ਘਰ ਵਿੱਚ ਹੀ ਪਹੁੰਚ ਗਏ ਉਹਨਾਂ ਦੀ ਤਾਂ ਮਹਿਮਾ ਕਹੀ ਨਹੀਂ ਜਾ ਸਕਦੀ ਹੈ। 10ਮ ਸਥਾਨ ਕੇ ਸਮਾਨ ਕੌਣ ਭਉਨ ਕਹੋ, ਗੁਰਮੁਖ ਪਾਵੇ ਸੋ ਤੋ ਅਨੰਤ ਨਾ ਪਾਵਈ। ਉਨਮਨੀ ਜੋਤ ਪਟੰਦਰ ਦੀਜੈ ਕੌਣ ਜੋਤ, ਦਇਆ ਕੇ ਦਿਖਾਵੇ ਜਾਹੇ ਤਾਹੀ ਬਨ ਆਵਈ। ਅਨਹਦ ਨਾਦ ਸਮਸਰ ਕੌਣ ਨਾਦ ਦਾ ਨਾਦ ਬਾਦ, ਸ੍ਰੀ ਗੁਰੂ ਸੁਨਾਵੇ ਜਾਹੇ ਤਾਹੀ ਬਨ ਆਵਈ। ਨਿਜਰ ਪਾਰ ਧਾਰ ਤੁਲ ਨ ਅੰਮ੍ਰਿਤ ਰਸ, ਅਪਿਓ ਪੀ ਆਵੇ ਜਾਹੇ ਤਾਹੀ ਮੈਂ ਸਮਾਵਈ। ਕਹਿੰਦੇ ਉਹਨਾਂ ਨੂੰ ਸਪਰਸ਼ਤਾ ਦਾ ਆਨੰਦ ਮਿਲਦਾ ਹੈ, ਉਹ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਜਾਂਦੇ ਹਨ। ਅਨਹਦ ਨਾਦ ਉਹਨਾਂ ਨੂੰ ਸੁਣਨ ਲੱਗ ਪੈਂਦਾ ਹੈ, ਉਨਮਨੀ ਜੋਤ ਦਾ ਦੀਦਾਰ ਹੋਣ ਲੱਗ ਪੈਂਦਾ ਹੈ। ਅਤੇ ਕਹਿੰਦੇ ਜਿਵੇਂ ਇੱਕ ਰਸ ਝਰਨਾ ਚੱਲਦਾ ਹੈ ਨਾ, ਉਹਨਾਂ ਦੀ ਰਸਨਾ ਦੇ ਉੱਪਰ ਇੱਕ ਰਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਹਦਾ ਰਸ ਚੱਲਣ ਲੱਗ ਪੈਂਦਾ ਹੈ। ਇਸ ਤਰ੍ਹਾਂ ਦੀਆਂ ਕੁਝ ਅਵਸਥਾਵਾਂ ਦਾ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਜਦ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਸੁਹਾਗਣੀ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ, ਸਾਰੇ ਚਿੰਤਾ ਝੋਰੇ ਜਿਹੜੇ ਹਨ ਉਹ ਮਿਟ ਜਾਂਦੇ ਹਨ। ਜਿਹੜੀ ਦੁਹਾਗਣ ਹੁੰਦੀ ਹੈ, ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ ਉਹ ਝੋਰਾ ਕਰਦੀ ਹੈ, ਝੂਰਦੀ ਹੈ ਵੀ ਕਦੋਂ ਮਿਲਾਪ ਹੋਵੇ। ਇਹ ਅਖੀਰਲੀ ਰੁੱਤ ਦੇ ਵਿੱਚ ਮਹਾਰਾਜ ਜੀ ਜ਼ਿਕਰ ਕਰਦੇ ਹਨ ਵੀ ਜਿਸ ਵਕਤ ਮਿਲਾਪ ਹੋ ਜਾਂਦਾ ਹੈ ਫਿਰ ਜੀਵਨ ਦੇ ਵਿੱਚ ਆਨੰਦ ਬਣ ਜਾਂਦਾ ਹੈ। ਫਿਰ ਜੀਵਨ ਦੇ ਵਿੱਚ ਡਿੱਗਣਾ ਡੋਲਣਾ ਜਿਹੜਾ ਹੈ ਨਾ, ਉਹ ਗਿਰਨਾ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਜੀਵਨ ਦੇ ਵਿੱਚ ਟਿਕਾਓ ਆ ਜਾਂਦਾ ਹੈ। ਨਾਦ ਬਿਨੋਦ ਆਨੰਦ ਕੂੜ, ਪ੍ਰਿਯ ਪ੍ਰੀਤਮ ਸੰਗ ਬਨੇ। ਕਹਿੰਦੇ ਅਸਲੀ ਨਾਦ ਜਿਹੜੇ ਖੁਸ਼ੀਆਂ ਦੇ ਵਾਜੇ ਹਨ, ਅਨਹਦ ਦੇ ਵਾਜੇ ਹਨ, ਉਹ ਵੱਜਣ ਲੱਗ ਪੈਂਦੇ ਹਨ। ਅਗੰਮੀ ਜਿਹੜੇ ਕੌਤਕ ਹਨ ਉਹਨਾਂ ਨੂੰ ਦਿਖਾਈ ਦੇਣ ਲੱਗ ਪੈਂਦੇ ਹਨ। ਸੰਸਾਰ ਦੇ ਵਾਜੇ ਗਾਜੇ ਜਿਹੜੇ ਹਨ, ਸੰਸਾਰ ਦੇ ਜਿਹੜੇ ਰੰਗ ਤਮਾਸ਼ੇ ਹਨ, ਉਹਨਾਂ ਵਾਸਤੇ ਫਿੱਕੇ ਪੈ ਜਾਂਦੇ ਹਨ। ਜਿਵੇਂ ਕਬੀਰ ਜੀ ਨੂੰ ਕਿਹਾ ਨਾ, ਕਈ ਜਿਹੜੇ ਉੱਥੋਂ ਦੇ ਲੋਕ ਸਨ ਵੀ ਚਲੋ ਮੇਲਾ ਵੇਖਣ ਵਾਸਤੇ ਚੱਲੀਏ, ਉਹਨਾਂ ਦੇ ਬਾਰ-ਬਾਰ ਕਹਿਣ ਤੇ ਚਲੇ ਤਾਂ ਗਏ, ਤੁਰ ਫਿਰ ਕੇ ਆ ਗਏ। ਉਹਨਾਂ ਨੇ ਲਿਖਿਆ ਹੈ, ਕਬੀਰ ਜਹ ਜਹ ਹੋ ਫਿਰਿਓ ਕੌਤਕ ਠਾਓ ਠਾਏ, ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਏ। ਜਿਹੜੇ ਰਾਮ ਰਸ ਮਾਨਣ ਵਾਲੇ ਹਨ ਉਹਨਾਂ ਨੂੰ ਸੰਸਾਰ ਦੇ ਮੇਲੇ ਕਿੱਥੋਂ ਚੰਗੇ ਲੱਗਦੇ ਹਨ, ਸੰਸਾਰ ਦੇ ਗੀਤ ਸੰਗੀਤ ਕਿੱਥੇ ਚੰਗੇ ਲੱਗਦੇ ਹਨ। ਜਿਹੜੇ ਪ੍ਰਮਾਤਮਾ ਦਾ ਰਸ ਦਾ ਆਨੰਦ ਮਾਣਨ ਵਾਲੇ ਹੁੰਦੇ ਹਨ। ਕਹਿੰਦੇ ਤੁਹਾਡੇ ਭਾਅ ਦਾ ਮੇਲਾ ਹੋਵੇਗਾ, ਮੇਰੇ ਭਾਅ ਦਾ ਤਾਂ ਇਹ ਉਜਾੜ ਹੈ। ਜਿਹੜੇ ਲੋਕ ਇੱਥੇ ਤੁਰੇ ਫਿਰਦੇ ਹਨ ਉਜਾੜ ਵਿੱਚ ਹੀ ਤੁਰੇ ਫਿਰਦੇ ਹਨ। ਇਹ ਜੀਵਨ ਦੇ ਵਿੱਚ ਗਿਰਾਵਟ ਲਿਆਉਣ ਵਾਲੇ ਮੇਲੇ ਹਨ। ਅਸਲੀ ਮੇਲਾ ਕਹਿੰਦੇ ਉਦੋਂ ਹੀ ਬਣਦਾ ਹੈ ਜਦੋਂ ਬੰਦੇ ਦਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਮਿਲਾਪ ਬਣਦਾ ਹੈ। ਇਸ ਕਰਕੇ ਮਹਾਰਾਜ ਸਮਝਾ ਰਹੇ ਹਨ, ਪ੍ਰਿਯ ਪ੍ਰੀਤਮ ਸੰਗ ਮਨੇ, ਜਦ ਪਿਆਰੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਦੀ ਸੰਗਤ, ਉਸ ਦੀ ਨੇੜਤਾ ਨਸੀਬ ਹੋ ਜਾਂਦੀ ਹੈ। ਮਨ ਬਾਸ਼ਤ ਫਲ ਪਾਇਆ, ਹਰ ਨਾਨਕ ਨਾਮ ਭਣੇ। ਜਦ ਕਹਿੰਦੇ ਗੁਰਮੁਖਾਂ ਨੇ ਵਾਹਿਗੁਰੂ ਨਾਮ ਦੀ ਕਮਾਈ ਕੀਤੀ, ਸਿਮਰਨ ਕੀਤਾ, ਉਸ ਵਕਤ ਕਹਿੰਦੇ ਮਨ ਇੱਛਤ ਜਿਹੜੇ ਫਲ ਸਨ ਉਹਨਾਂ ਨੂੰ ਪ੍ਰਾਪਤ ਹੋ ਗਏ। ਸ਼ੰਤ
ਹਿਮ ਕਰ ਰੁੱਤ ਮਨ ਭਾਵਤੇ, ਮਾਘ ਫਗਨ ਗੁਣਵੰਤ ਜੀਓ। ਮਾਘ ਅਤੇ ਫੱਗਣ ਦੇ ਮਹੀਨੇ ਦੇ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ ਕਿ ਹਿਮਕਰ ਰੁੱਤ ਜਿਹੜੀ ਹੈ ਨਾ, ਬਰਫ਼ ਪੈਂਦੀ ਹੈ ਸਾਰੇ ਪਾਸੇ। ਐਸੀ ਰੁੱਤ ਜਿਹੜੀ ਹੈ ਉਹ ਕਹਿੰਦੇ ਜਦ ਆ ਜਾਂਦੀ ਹੈ। ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀਓ। ਕਹਿੰਦੇ ਐ ਸਖੀ ਸਹੇਲਿਓ, ਸਤ ਸੰਗਿਓ, ਕਹਿੰਦੇ ਤੁਸੀਂ ਖੁਸ਼ੀਆਂ ਦੇ ਗੀਤ ਗਾਉਣਾ ਕਰੋ। ਹੁਣ ਉਹ ਕੰਤ ਵਾਹਿਗੁਰੂ ਪਰਮੇਸ਼ਰ ਸਾਡੇ ਹਿਰਦੇ ਘਰ ਦੇ ਵਿੱਚ ਆ ਗਏ ਹਨ। ਗ੍ਰਹਿ ਲਾਲ ਆਏ ਮਨ ਧਿਆਏ, ਸੇਜ ਸੁੰਦਰ ਸੋਹੀਆ। ਹਿਰਦੇ ਗ੍ਰਹਿ ਦੇ ਵਿੱਚ ਘਰ ਦੇ ਵਿੱਚ ਉਹ ਲਾਲ ਵਾਹਿਗੁਰੂ ਪਰਮੇਸ਼ਰ ਆ ਗਏ ਹਨ। ਔਰ ਕਹਿੰਦੇ ਜਿਹੜੀ ਹਿਰਦੇ ਰੂਪੀ ਸੇਜ ਹੈ ਉਹ ਸੋਹਣੀ ਲੱਗਣ ਲੱਗ ਪਈ ਹੈ, ਸ਼ੋਭਨੀਕ ਹੋ ਗਈ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਇਸ ਤਰ੍ਹਾਂ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੀ ਸਾਨੂੰ ਸਵੈ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਵਣ ਤ੍ਰਿਣ ਤ੍ਰਿਭਵਨ ਭਏ ਹਰਿਆ, ਦੇਖ ਦਰਸ਼ਨ ਮੋਹੀਆ। ਸਾਰੇ ਪਾਸੇ ਕਹਿੰਦੇ ਵਣ ਤ੍ਰਿਣ ਤ੍ਰਿਭਵਨ, ਤਿੰਨਾਂ ਭਵਨਾਂ ਦੇ ਵਿੱਚ ਕਹਿੰਦੇ ਹਰਿਆਵਲ ਹੋ ਗਈ ਹੈ। ਉਸ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਦੇਖ ਕੇ ਜਿਹੜੇ ਜਿਗਿਆਸੂ ਗੁਰਮੁਖ ਹਨ ਉਹ ਕਹਿੰਦੇ ਮੋਹੇ ਜਾਂਦੇ ਹਨ, ਪ੍ਰਭਾਵਿਤ ਹੋ ਜਾਂਦੇ ਹਨ। ਉਹਨਾਂ ਦੇ ਉੱਪਰ ਬਹੁਤ ਭਾਰੀ ਕਸ਼ਿਸ਼ ਪੈਂਦੀ ਹੈ। ਜਿਵੇਂ ਸੰਸਾਰ ਦੇ ਲੋਕ ਸੰਸਾਰ ਦੇ ਰੰਗ ਤਮਾਸ਼ਿਆਂ ਦੀ ਕਸ਼ਿਸ਼ ਮਹਿਸੂਸ ਕਰਦੇ ਹਨ, ਖਿੱਚੇ ਜਾਂਦੇ ਹਨ ਪਦਾਰਥਾਂ ਵੱਲ। ਬੜੀ ਸੋਹਣੀ ਕੋਠੀ ਬਣੀ ਹੈ ਜੀ, ਬੜੀ ਵਧੀਆ ਗੱਡੀ ਹੈ ਜੀ, ਬੜੀ ਸੁੰਦਰ ਜਾਇਦਾਦ, ਜਾਂ ਸੰਸਾਰ ਦਾ ਰੂਪ ਰੰਗ ਵੇਖ ਕੇ। ਪਰ ਕਹਿੰਦੇ ਵਾਹਿਗੁਰੂ ਦੇ ਪਿਆਰੇ ਜਦ ਵਾਹਿਗੁਰੂ ਦੀ ਨੇੜਤਾ ਪ੍ਰਾਪਤ ਕਰਦੇ ਜਾਂਦੇ ਹਨ, ਉਸੇ ਤੋਂ ਹੀ ਮੋਹਿਤ ਹੋ ਜਾਂਦੇ ਹਨ। ਫਿਰ ਉਹਨਾਂ ਦੇ ਵਾਸਤੇ ਸੰਸਾਰ ਦੀ ਕਸ਼ਿਸ਼ ਦੂਰ ਹੋ ਜਾਂਦੀ ਹੈ। ਮਿਲੇ ਸੁਆਮੀ ਈਸ਼ ਪੁੰਨੀ, ਮਨ ਜਪਿਆ ਨਿਰਮਲ ਮੰਤ ਜੀਓ। ਜਦੋਂ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋ ਗਿਆ, ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ, ਮਨ ਦੇ ਵਿੱਚ ਨਿਰਮਲਤਾਈ ਆ ਗਈ। ਬਿਨਵੰਤ ਨਾਨਕ ਨਿਤ ਕਰਹੁ ਰਲਿਆ, ਹਰ ਮਿਲੇ ਸ੍ਰੀ ਤਰ ਕੰਤ ਜੀਓ। ਕਹਿੰਦੇ ਜਦ ਸ੍ਰੀ ਧਰ ਮਾਇਆ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਕੰਤ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ, ਫਿਰ ਜੀਵ ਰੂਪ ਇਸਤਰੀਆਂ ਜਿਹੜੇ ਗੁਰਮੁਖ ਹਨ, ਸਤ ਸੰਗੀ ਹਨ, ਉਹ ਮਾਲਕ ਦੇ ਨਾਲ ਮਿਲ ਕੇ ਕਹਿੰਦੇ ਰਲੀਆਂ ਮਾਣਦੇ ਹਨ, ਰੰਗ ਰਲੀਆਂ ਮਾਣਦੇ ਹਨ। ਵਾਹਿਗੁਰੂ ਜੀ ਦੇ ਨਾਲ ਮਿਲ ਕੇ ਇੱਕ ਰਸ ਹੋ ਜਾਂਦੇ ਹਨ। ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਰਸ ਮਾਣਦੇ ਹਨ, ਆਨੰਦ ਮਾਣਦੇ ਹਨ। ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਸਾਧ ਸੰਗਤ ਜੀ, ਇਹ 6ਵੀਂ ਰੁੱਤ ਜਿਹੜੀ ਹੈ ਹਿਮਕਰ ਦੀ ਰੁੱਤ, ਜਦ ਬਹੁਤ ਭਾਰੀ ਬਰਫ਼ ਪੈਂਦੀ ਹੈ, ਇਸ ਨੂੰ ਮਿਲਾਪ ਦੀ ਰੁੱਤ ਆਖਿਆ ਹੈ। ਜਿਵੇਂ ਪਿੱਛੇ ਪਤਝੜ ਦੀਆਂ ਰੁੱਤਾਂ ਆਈਆਂ, ਗਰੀਖਮ ਦੀਆਂ ਰੁੱਤਾਂ ਆਈਆਂ, ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਅਖੀਰਲੀ ਰੁੱਤ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲਾਪ ਦੀ ਰੁੱਤ ਆਖਦੇ ਹਨ, ਜਿਸ ਦੇ ਵਿੱਚ ਜਿਹੜੀ ਜੀਵ ਰੂਪ ਇਸਤਰੀ ਗੁਰਮੁਖ ਹਨ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਕੇ ਆਨੰਦ ਮਾਣਦੇ ਹਨ, ਰਸ ਮਾਣਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਸਾਨੂੰ ਵੀ ਇਹੋ ਜਿਹੀਆਂ ਜਿਹੜੀਆਂ ਬਖਸ਼ਿਸ਼ਾਂ ਹਨ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਪੈਣ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ। ਮਿਲੇ ਸੁਆਮੀ ਈਛ ਪੁੰਨੀ, ਮਨ ਜਪਿਆ ਨਿਰਮਲ ਮੰਤ ਜੀਓ। ਬਿਨਵੰਤ ਨਾਨਕ ਨਿਤ ਕਰਹੁ ਰਲਿਆ, ਹਰ ਮਿਲੇ ਸ੍ਰੀ ਤਰ ਕੰਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।